ਪਿਆਰੇ ਵਿਦਿਆਰਥੀਓ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਅੱਜ ਦੇ ਇਸ ਟੌਪਿਕ ਕੇਂਦਰੀ ਸਰਕਾਰ ਜਿਹੜਾ ਕਿ 10ਵੀਂ ਜਮਾਤ ਸਮਾਜ ਸਿੱਖਿਆ ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 2 ਹੈ। ਇਸ ਨੂੰ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ। ਕੇਂਦਰੀ ਸਰਕਾਰ ਸਭ ਤੋਂ ਪਹਿਲਾਂ ਕਿਸ ਨੂੰ ਕਹਿੰਦੇ ਹਨ? ਸਰਕਾਰ ਅਧਿਕਾਰਤ ਤੌਰ 'ਤੇ ਲੋਕਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਕਿਸੇ ਦੇਸ਼ ਨੂੰ ਚਲਾਉਣ ਅਤੇ ਨਿਯੰਤਰਿਤ ਕਰਨ ਦਾ ਕੰਮ ਕਰਦਾ ਹੈ। ਸਰਕਾਰ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਸ ਨੂੰ ਮੈਨੇਜ ਕਰਨਾ, ਕਿਸੇ ਵੀ ਸਿਸਟਮ ਨੂੰ ਚਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਭਾਰਤ ਇੱਕ ਸੰਘੀ ਰਾਜ ਹੈ ਜਿਸ ਵਿੱਚ ਸੰਵਿਧਾਨ ਅਧੀਨ ਸੰਸਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ। ਇਸ ਕਿਸਮ ਦੀ ਸ਼ਾਸਨ ਪ੍ਰਣਾਲੀ ਵਿੱਚ ਕੇਂਦਰ ਵਿੱਚ ਇੱਕ ਮਜ਼ਬੂਤ ਸਰਕਾਰ ਹੁੰਦੀ ਹੈ ਅਤੇ ਰਾਜ ਸਰਕਾਰਾਂ ਨੂੰ ਵੀ ਸ਼ਕਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕੇਂਦਰੀ ਸਰਕਾਰ ਦੇ 3 ਮੁੱਖ ਅੰਗ ਹਨ: ਵਿਧਾਨ ਪਾਲਿਕਾ, ਜਿਸ ਨੂੰ ਸੰਸਦ ਕਹਿੰਦੇ ਹਾਂ, ਅਤੇ ਲੋਕ ਸਭਾ ਅਤੇ ਰਾਜ ਸਭਾ, ਇਸ ਦੇ 2 ਸਦਨ ਹਨ। ਦੂਸਰੀ ਹੈ ਕਾਰਜਪਾਲਿਕਾ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ, ਇਹ ਤਿੰਨੋਂ ਰਲ ਕੇ ਕਾਰਜਪਾਲਿਕਾ ਦੇ ਵਜੋਂ ਕੰਮ ਕਰਦੇ ਹਨ। ਨਿਆਂਪਾਲਿਕਾ ਦੇ ਵਿੱਚ ਸੁਪਰੀਮ ਕੋਰਟ ਆਉਂਦੀ ਹੈ। ਦੇਸ਼ ਦਾ ਮੁਖੀ ਰਾਸ਼ਟਰਪਤੀ ਕਾਰਜਪਾਲਿਕਾ ਦਾ ਨਾਮ ਮਾਤਰ ਮੁਖੀ ਹੁੰਦਾ ਹੈ ਅਤੇ ਅਸਲੀ ਸ਼ਕਤੀਆਂ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਕੋਲ ਹੁੰਦੀਆਂ ਹਨ। ਇਸ ਪਹਿਲੀ ਵੀਡੀਓ ਦੇ ਵਿੱਚ ਅਸੀਂ ਵਿਧਾਨ ਪਾਲਿਕਾ ਦੀ ਬਣਤਰ ਅਤੇ ਇਸ ਦੀਆਂ ਸ਼ਕਤੀਆਂ ਅਤੇ ਕੰਮਾਂ ਦਾ ਵਿਸਤਾਰ ਨਾਲ ਅਧਿਐਨ ਕਰਾਂਗੇ। ਸੰਘੀ ਵਿਧਾਨ ਪਾਲਿਕਾ ਨੂੰ ਸੰਸਦ ਕਹਿੰਦੇ ਹਨ ਅਤੇ ਅੰਗਰੇਜ਼ੀ ਵਿੱਚ ਪਾਰਲੀਮੈਂਟ ਕਹਿੰਦੇ ਹਨ। ਸੰਸਦ ਦੇ 2 ਸਦਨ ਹੁੰਦੇ ਨੇ, ਲੋਕ ਸਭਾ ਅਤੇ ਰਾਜ ਸਭਾ। ਸੰਸਦ ਦਾ ਹੇਠਲਾ ਸਦਨ ਲੋਕ ਸਭਾ ਹੁੰਦਾ ਹੈ। ਇਸ ਦੇ ਵੱਧ ਤੋਂ ਵੱਧ 545 ਮੈਂਬਰ ਇਸ ਸਮੇਂ ਹਨ ਅਤੇ ਰਾਜ ਸਭਾ ਦਾ ਉੱਪਰਲਾ ਸਦਨ ਨੂੰ ਰਾਜ ਸਭਾ ਕਹਿੰਦੇ ਹਨ। ਇਸ ਦੇ 250 ਮੈਂਬਰ ਹਨ ਅਤੇ ਰਾਸ਼ਟਰਪਤੀ ਸੰਸਦ ਦਾ ਵਿਧਾਨ ਪਾਲਿਕਾ ਦਾ ਹਿੱਸਾ ਮੰਨਿਆ ਜਾਂਦਾ ਹੈ ਕਿਉਂਕਿ ਕੋਈ ਵੀ ਕਾਨੂੰਨ ਤਾਂ ਹੀ ਲਾਗੂ ਹੁੰਦਾ ਹੈ ਕਿਉਂ ਜਦੋਂ ਰਾਸ਼ਟਰਪਤੀ ਦੇ ਉਸ ਦੇ ਉੱਪਰ ਮਨਜ਼ੂਰੀ ਮਿਲ ਜਾਂਦੀ ਹੈ। ਲੋਕ ਸਭਾ ਬਣਤਰ: ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ 550 ਹੋ ਸਕਦੇ ਹਨ, ਪਰੰਤੂ 1973 ਵਿੱਚ 31ਵੀਂ ਸੋਧ ਦੇ ਦੁਆਰਾ ਇਹ ਸੰਖਿਆ 545 ਕਰ ਦਿੱਤੀ ਗਈ ਸੀ। ਇਹਨਾਂ ਵਿੱਚੋਂ 530 ਮੈਂਬਰ ਭਾਰਤ ਦੇ ਰਾਜਾਂ ਦੇ ਵਿੱਚੋਂ ਚੁਣੇ ਜਾਂਦੇ ਹਨ ਅਤੇ 13 ਮੈਂਬਰ ਕੇਂਦਰ ਸ਼ਾਸਿਤ ਖੇਤਰਾਂ ਦੇ ਵਿੱਚੋਂ ਚੁਣੇ ਜਾਂਦੇ ਹਨ। 2 ਮੈਂਬਰ ਰਾਸ਼ਟਰਪਤੀ ਨੂੰ ਅਧਿਕਾਰ ਹੈ ਕਿ ਉਹ ਨਾਮਜ਼ਦ ਕਰ ਸਕਦਾ ਹੈ। ਐਂਗਲੋ ਇੰਡੀਅਨਸ ਨੂੰ ਅਗਰ ਰਾਸ਼ਟਰਪਤੀ ਨੂੰ ਲੱਗੇ ਕਿ ਪ੍ਰਤੀਨਿਧਤਾ ਨਹੀਂ ਮਿਲੀ ਤਾਂ ਉਹ 2 ਮੈਂਬਰ ਨਾਮਜ਼ਦ ਕਰ ਸਕਦਾ ਹੈ। ਕਾਰਜਕਾਲ: ਲੋਕ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਰਾਸ਼ਟਰਪਤੀ ਮੰਤਰੀ ਪਰਿਸ਼ਦ ਦੀ ਸਿਫਾਰਿਸ਼ 'ਤੇ ਇਸ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ। ਲੋਕ ਸਭਾ ਦਾ ਮੈਂਬਰ ਬਣਨ ਲਈ ਸ਼ਰਤਾਂ: ਪਹਿਲੀ ਗੱਲ ਤਾਂ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਘੱਟ ਤੋਂ ਘੱਟ ਉਮਰ ਜਿਹੜੀ ਉਸਦੀ 25 ਸਾਲ ਹੋਣੀ ਚਾਹੀਦੀ ਹੈ। ਸਰਕਾਰੀ ਅਹੁਦੇ 'ਤੇ ਉਹ ਕੰਮ ਨਹੀਂ ਕਰਦਾ ਹੋਣਾ ਚਾਹੀਦਾ। ਨਾਗਰਿਕਤਾ ਤੋਂ ਵਾਂਝਿਆ ਨਾ ਕੀਤਾ ਗਿਆ ਹੋਵੇ। ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ। ਅਦਾਲਤਾਂ ਦੁਆਰਾ ਕਿਸੇ ਪਦਵੀ ਲਈ ਅਯੋਗ ਕਰਾਰ ਨਾ ਦਿੱਤਾ ਗਿਆ ਹੋਵੇ। ਨੋਟ: ਰਾਸ਼ਟਰਪਤੀ ਪਹਿਲਾਂ ਲੋਕ ਸਭਾ ਵਿੱਚ ਐਂਗਲੋ ਇੰਡੀਅਨ ਸਮੁਦਾਇ ਦੇ 2 ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਸੀ। ਇਸ ਰੂਲ ਨੂੰ 104ਵੀਂ ਸੰਵਿਧਾਨਿਕ ਸੋਧ ਦੇ ਦੁਆਰਾ 2019 ਦੇ ਵਿੱਚ ਜਨਵਰੀ 2020 ਦੇ ਵਿੱਚ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਸਪੀਕਰ: ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਅਤੇ ਕਾਰਵਾਈ ਦਾ ਸੰਚਾਲਨ ਕਰਦਾ ਹੈ ਸਪੀਕਰ ਅਤੇ ਸਪੀਕਰ ਦੀ ਚੋਣ ਲੋਕ ਸਭਾ ਦੇ ਮੈਂਬਰ ਕਰਦੇ ਹਨ। ਆਮ ਤੌਰ 'ਤੇ ਲੋਕ ਸਭਾ ਦਾ ਸਪੀਕਰ ਜੇਤੂ ਪਾਰਟੀ ਦੇ ਵਿੱਚੋਂ ਹੀ ਹੁੰਦਾ ਹੈ। ਚੋਣਾਂ ਤੋਂ ਬਾਅਦ ਨਵੀਂ ਚੁਣੀ ਗਈ ਲੋਕ ਸਭਾ ਆਪਣੇ ਮੈਂਬਰਾਂ ਵਿੱਚੋਂ ਸਪੀਕਰ ਅਤੇ ਡਿਪਟੀ ਸਪੀਕਰ ਦੋਨਾਂ ਦੀ ਚੋਣ ਕਰਦੀ ਹੈ। ਸਪੀਕਰ ਦੀ ਗੈਰ ਹਾਜ਼ਰੀ ਵਿੱਚ ਡਿਪਟੀ ਸਪੀਕਰ ਸਾਰੇ ਕੰਮ ਕਰਦਾ ਹੈ। ਲੋਕ ਸਭਾ ਦੇ ਪਹਿਲੇ ਸਪੀਕਰ ਜੀ.ਵੀ. ਮਾਲਵੰਕਰ ਸਨ। ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਸ਼੍ਰੀਮਤੀ ਮੀਰਾ ਕੁਮਾਰ ਜੀ ਸਨ। ਲੋਕ ਸਭਾ ਦੇ ਵਰਤਮਾਨ ਸਪੀਕਰ ਓਮ ਬਿਰਲਾ ਜੀ ਹਨ। ਉਹਨਾਂ ਦੀ ਤਸਵੀਰ ਤੁਸੀਂ ਸੱਜੇ ਪਾਸੇ ਦੇਖ ਰਹੇ ਹੋ। ਵਿਧਾਨਕ ਵਿਧੀ ਯਾਨੀ ਕਿ ਕਾਨੂੰਨ ਕਿਸ ਤਰ੍ਹਾਂ ਬਣਦਾ ਹੈ, ਹੁਣ ਅਸੀਂ ਡਿਸਕਸ ਕਰਾਂਗੇ। ਮੁੱਖ ਰੂਪ ਵਿੱਚ ਬਿੱਲ 2 ਪ੍ਰਕਾਰ ਦੇ ਹੁੰਦੇ ਨੇ, ਜਾਂ ਤਾਂ ਸਧਾਰਨ ਬਿੱਲ ਹੁੰਦੇ ਨੇ ਜਾਂ ਫਿਰ ਧਨ ਬਿੱਲ ਜਾਂ ਵਿੱਤ ਬਿੱਲ ਹੁੰਦੇ ਨੇ। ਜਿਨ੍ਹਾਂ ਬਿੱਲਾਂ ਦਾ ਸੰਬੰਧ ਧਨ ਨਾਲ ਨਹੀਂ ਹੁੰਦਾ ਉਹਨਾਂ ਨੂੰ ਸਧਾਰਨ ਬਿੱਲ ਕਿਹਾ ਜਾਂਦਾ ਹੈ। ਅਤੇ ਵਿੱਤ ਬਿੱਲ ਕਿਹੜੇ ਹੁੰਦੇ ਨੇ? ਜਿਸ ਵਿੱਚ ਸਰਕਾਰ ਦੇ ਖਰਚੇ, ਕਰ ਲਗਾਉਣਾ, ਉਹਨਾਂ ਵਿੱਚ ਸੋਧ ਕਰਨੀ, ਉਹਨਾਂ ਨੂੰ ਸਮਾਪਤ ਕਰਨਾ ਜਾਂ ਕਰਜ਼ੇ ਲੈਣਾ, ਇਹਨਾਂ ਸਾਰੀਆਂ ਗੱਲਾਂ ਨਾਲ ਸੰਬੰਧ ਹੋਵੇ ਉਸ ਨੂੰ ਵਿੱਤ ਬਿੱਲ ਕਿਹਾ ਜਾਂਦਾ ਹੈ। ਅਤੇ ਸਧਾਰਨ ਬਿੱਲ ਦੇ
ਪੜਾਅ ਡਿਸਕਸ ਕਰਾਂਗੇ ਕਿ ਸੰਸਦ ਦੇ ਕਿਸੇ ਵੀ ਸਦਨ ਵਿੱਚ ਸਧਾਰਨ ਬਿੱਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਬਿੱਲ ਨੂੰ ਕੋਈ ਵੀ ਮੰਤਰੀ ਜਾਂ ਮੈਂਬਰ ਪੇਸ਼ ਕਰ ਸਕਦਾ ਹੈ। ਪਹਿਲਾ ਪੜਾਅ ਹੈ ਕਿ ਬਿੱਲ ਨੂੰ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਿੱਲ ਦੇ ਉੱਤੇ ਬਹਿਸ ਨਹੀਂ ਹੁੰਦੀ, ਸਿਰਫ ਬਿੱਲ ਦੀ ਪੇਸ਼ਕਾਰੀ ਤੇ ਸਹਿਮਤੀ ਹੁੰਦੀ ਹੈ। ਦੂਸਰੇ ਪੜਾਅ ਤੇ ਪਹੁੰਚ ਕੇ ਬਿੱਲ ਦੇ ਉੱਪਰ ਬਹਿਸ ਕੀਤੀ ਜਾਂਦੀ ਹੈ ਤੇ ਇਸ ਦੇ ਉੱਪਰ ਕੁਝ ਪਰਿਵਰਤਨ ਵੀ ਕੀਤੇ ਜਾ ਸਕਦੇ ਹਨ। ਤੀਸਰਾ, ਸਮੁੱਚੇ ਤੌਰ ਤੇ ਬਿੱਲ ਦੇ ਉੱਪਰ ਵੋਟਾਂ ਪਾਈਆਂ ਜਾਂਦੀਆਂ ਹਨ। ਜੇਕਰ ਸਦਨ ਦਾ ਬਹੁਮਤ ਬਿੱਲ ਪਾਸ ਕਰ ਦੇਵੇ ਤਾਂ ਬਿੱਲ ਸਦਨ ਵਿੱਚ ਪਾਸ ਮੰਨਿਆ ਜਾਂਦਾ ਹੈ। ਹੁਣ ਬਿੱਲ ਦੂਸਰੇ ਸਦਨ ਵਿੱਚ ਚਲਾ ਜਾਂਦਾ ਹੈ ਤੇ ਉੱਥੇ ਵੀ ਇਹੀ ਸਾਰੀ ਪ੍ਰਕਿਰਿਆ ਹੋਣ ਤੋਂ ਬਾਅਦ ਬਿੱਲ ਪਾਸ ਹੋ ਜਾਂਦਾ ਹੈ ਤੇ ਅੰਤਿਮ ਪੜਾਅ ਦੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਇਹ ਚਲਾ ਜਾਂਦਾ ਹੈ। ਦੋਨਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਇਸ ਨੂੰ ਆਪਣੀ ਮਨਜ਼ੂਰੀ ਦੇ ਦਿੰਦਾ ਹੈ ਅਤੇ ਬਿੱਲ ਕਾਨੂੰਨ ਬਣ ਜਾਂਦਾ ਹੈ। ਵਿੱਤ ਬਿੱਲ, ਧਨ ਬਿੱਲ ਦਾ ਸੰਬੰਧ ਕਰ ਲਗਾਉਣ, ਸਮਾਪਤ ਕਰਨ, ਘੱਟ ਕਰਨ, ਧਨ ਉਧਾਰ ਲੈਣ ਜਾਂ ਦੇਣ, ਸੰਚਿਤ ਨਿਧੀ ਵਿੱਚੋਂ ਧਨ ਕੱਢਣ ਜਾਂ ਪਾਉਣ ਨਾਲ ਸੰਬੰਧਿਤ ਧਨ ਦੀਆਂ ਮਦਾਂ ਨਾਲ ਸੰਬੰਧਿਤ ਹੁੰਦਾ ਹੈ। ਵਿੱਤ ਬਿੱਲ ਜਾਂ ਧਨ ਬਿੱਲ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈ। ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ। ਤੇ ਬਜਟ, ਇਹ ਵੀ ਇੱਕ ਤਰ੍ਹਾਂ ਦਾ ਵਿੱਤ ਬਿੱਲ ਹੈ ਜਿਹੜਾ ਕਿ ਵਿੱਤ ਮੰਤਰੀ ਦੇ ਦੁਆਰਾ ਲੋਕ ਸਭਾ ਦੇ ਵਿੱਚ ਫਰਵਰੀ ਦੇ ਆਖਰੀ ਹਫ਼ਤੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਰਾਜ ਸਭਾ ਵਿੱਤ ਬਿੱਲ ਨੂੰ ਰੋਕ ਜਾਂ ਇਸ ਵਿੱਚ ਸੋਧ ਨਹੀਂ ਕਰ ਸਕਦੀ, ਸਿਰਫ ਸਿਫਾਰਿਸ਼ ਕਰ ਸਕਦੀ ਹੈ। ਇਸ ਨੂੰ ਮੰਨਣਾ ਜਾਂ ਨਾ ਮੰਨਣਾ ਲੋਕ ਸਭਾ ਦੀ ਮਰਜ਼ੀ ਹੈ। ਇਸ ਸੰਬੰਧ ਵਿੱਚ ਲੋਕ ਸਭਾ ਕਿਸੇ ਹੱਦ ਤੱਕ ਰਾਜ ਸਭਾ ਤੋਂ ਜ਼ਿਆਦਾ ਸ਼ਕਤੀਸ਼ਾਲੀ ਪ੍ਰਤੀਤ ਹੁੰਦਾ ਹੈ। ਹੁਣ ਰਾਜ ਸਭਾ ਦੀ ਗੱਲ ਕਰਾਂਗੇ ਜਿਹੜਾ ਕਿ ਸੰਸਦ ਦਾ ਇੱਕ ਉੱਪਰਲਾ ਸਦਨ ਹੈ। ਰਾਜ ਸਭਾ ਦੇ ਮੈਂਬਰ ਜਿਹੜੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੇ ਦੁਆਰਾ ਅਨੁਪਾਤਕ ਚੋਣ ਪ੍ਰਣਾਲੀ ਰਾਹੀਂ ਅਪ੍ਰਤੱਖ ਢੰਗ ਨਾਲ ਚੁਣੇ ਜਾਂਦੇ ਹਨ। ਰਾਜ ਸਭਾ ਦੇ ਵੱਧ ਤੋਂ ਵੱਧ ਮੈਂਬਰ 250 ਹੋ ਸਕਦੇ ਹਨ। 238 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਨੇ ਤੇ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ। ਇਹ 12 ਉਹ ਹੋ ਸਕਦੇ ਨੇ ਜਿਨ੍ਹਾਂ ਨੇ ਸਾਹਿਤ, ਕਲਾ, ਖੇਡਾਂ ਜਾਂ ਹੋਰ ਕਿਸੇ ਤਰ੍ਹਾਂ ਦੀ ਦੇਸ਼ ਦੀ ਸੇਵਾ ਕੀਤੀ ਹੋਵੇ, ਮਹੱਤਵਪੂਰਨ ਸੇਵਾ। ਰਾਜ ਸਭਾ ਦਾ ਮੈਂਬਰ ਬਣਨ ਲਈ ਨਾਗਰਿਕ ਦੀ ਜਿਹੜੀ ਘੱਟ ਤੋਂ ਘੱਟ ਉਮਰ 30 ਸਾਲ ਹੋਣੀ ਜ਼ਰੂਰੀ ਹੈ। ਰਾਜ ਸਭਾ ਇੱਕ ਸਥਾਈ ਸਦਨ ਹੈ, ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਵੈਸੇ ਤਾਂ ਰਾਜ ਸਭਾ ਦਾ ਕਾਰਜਕਾਲ 6 ਸਾਲ ਹੈ, ਲੇਕਿਨ ਰਾਜ ਸਭਾ ਪੂਰਨ ਰੂਪ ਵਿੱਚ ਕਦੀ ਵੀ ਨਹੀਂ ਬਦਲੀ ਜਾਂਦੀ, ਬਲਕਿ ਇਸ ਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ ਅਤੇ ਉਹਨਾਂ ਦਾ ਸਥਾਨ ਲੈਣ ਲਈ ਅਗਲੇ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ। ਉਪ ਰਾਸ਼ਟਰਪਤੀ ਆਪਣੇ ਅਹੁਦੇ ਵਜੋਂ ਇਸ ਦਾ ਪ੍ਰਧਾਨ ਹੁੰਦਾ ਹੈ, ਜਿਸ ਨੂੰ ਕਿ ਚੇਅਰਮੈਨ ਕਹਿੰਦੇ ਹਨ। ਸੰਸਦ ਦੀਆਂ ਸ਼ਕਤੀਆਂ ਡਿਸਕਸ ਕਰਾਂਗੇ। ਸ਼ਕਤੀਆਂ ਜਾਂ ਕੰਮ। ਭਾਰਤੀ ਰਾਜਨੀਤਿਕ ਪ੍ਰਣਾਲੀ ਵਿੱਚ ਸੰਸਦ ਸਰਕਾਰ ਦਾ ਸਰਵਸ਼੍ਰੇਸ਼ਟ ਅੰਗ ਹੈ। ਸੰਸਦ ਨੂੰ ਸੰਵਿਧਾਨ ਦੇ ਅਨੁਸਾਰ ਮਹੱਤਵਪੂਰਨ ਸ਼ਕਤੀਆਂ ਦਿੱਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਵਿਧਾਨਕੀ ਸ਼ਕਤੀਆਂ, ਯਾਨੀ ਕਿ ਕਾਨੂੰਨ ਦਾ ਨਿਰਮਾਣ ਕਰਨ ਦੀ ਸ਼ਕਤੀ। ਸੰਘੀ ਅਤੇ ਸਮਵਰਤੀ ਸੂਚੀਆਂ ਦੇ ਵਿੱਚ ਅੰਕਿਤ ਵਿਸ਼ਿਆਂ ਦੇ ਉੱਪਰ ਕਾਨੂੰਨ ਦਾ ਨਿਰਮਾਣ ਸੰਸਦ ਕਰਦੀ ਹੈ। ਨਵੇਂ ਕਾਨੂੰਨ ਬਣਾਉਂਦੀ ਹੈ, ਪੁਰਾਣੇ ਕਾਨੂੰਨਾਂ ਵਿੱਚ ਸੋਧ ਕਰਦੀ ਹੈ, ਲੋੜ ਨਾ ਹੋਵੇ ਤਾਂ ਉਹਨਾਂ ਨੂੰ ਸਮਾਪਤ ਵੀ ਕਰ ਸਕਦੀ ਹੈ। ਦੂਸਰਾ ਹੈਗਾ ਕਾਰਜਕਾਰੀ ਸ਼ਕਤੀਆਂ। ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਪਰਿਸ਼ਦ ਆਪਣੇ ਕਾਰਜਾਂ, ਨੀਤੀਆਂ ਅਤੇ ਫੈਸਲਿਆਂ ਲਈ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੁੰਦੇ ਹਨ। ਇਸ ਦਾ ਭਾਵ ਇਹ ਹੈ ਕਿ ਲੋਕ ਸਭਾ ਦੁਆਰਾ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਮੰਤਰੀ ਪਰਿਸ਼ਦ ਨੂੰ ਹਟਾਇਆ ਜਾ ਸਕਦਾ ਹੈ। ਤੀਸਰਾ, ਵਿੱਤੀ ਸ਼ਕਤੀਆਂ। ਇਸ ਬਾਰੇ ਅਸੀਂ ਅੱਗੇ ਵੀ ਡਿਸਕਸ ਕੀਤਾ ਸੀ ਕਿ ਕੋਈ ਵੀ ਧਨ ਬਿੱਲ ਜਾਂ ਬਜਟ ਜਿਹੜਾ ਕਿ ਸੰਸਦ ਦੇ ਵਿੱਚ ਪਾਸ ਹੁੰਦਾ ਹੈ, ਇਹ ਸੰਸਦ ਦਾ ਵਿਸ਼ੇਸ਼ ਅਧਿਕਾਰ ਹੈ। ਇਸ ਤੋਂ ਇਲਾਵਾ ਸਰਕਾਰ ਦੇ ਸਾਰੇ ਖਰਚਿਆਂ ਦੇ ਉੱਪਰ ਨਿਗਰਾਨੀ ਰੱਖਣੀ, ਨਵੇਂ ਕਰ ਲਗਾਉਣੇ, ਪੁਰਾਣੇ ਕਰਾਂ ਨੂੰ ਸੋਧਣਾ, ਬੰਦ ਖਤਮ ਕਰਨਾ, ਖਜ਼ਾਨੇ ਵਿੱਚੋਂ ਧਨ ਕਢਾਉਣ ਬਾਰੇ ਜਾਂ ਇਹਨਾਂ ਸਾਰਿਆਂ ਕੰਮਾਂ ਦੇ ਉੱਪਰ ਨਿਯੰਤਰਣ ਰੱਖਣ ਦਾ ਕੰਮ ਸੰਸਦ ਦਾ ਹੁੰਦਾ ਹੈ। ਨਿਆਇਕ ਸ਼ਕਤੀਆਂ। ਸੰਸਦ ਦੁਆਰਾ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਦਾ ਮੁਕੱਦਮਾ ਚਲਾ ਕੇ ਉਸ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਹ ਇੱਕ ਬੜੀ ਮਹੱਤਵਪੂਰਨ ਨਿਆਇਕ ਸ਼ਕਤੀ ਸੰਸਦ ਦੇ ਕੋਲ ਹੈ। ਜੇ ਉਸ ਨੂੰ ਲੱਗੇ ਕਿ ਰਾਸ਼ਟਰਪਤੀ ਜਿਹੜਾ ਵਾ ਉਸਦਾ ਵਿਵਹਾਰ ਜਿਹੜਾ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਜਾ ਰਿਹਾ ਹੈ ਤਾਂ ਉਸ ਨੂੰ ਮਹਾਦੋਸ਼ ਦਾ ਮੁਕੱਦਮਾ ਚਲਾ ਕੇ ਦੋਨਾਂ ਸਦਨਾਂ ਦੇ ਵਿੱਚ ਜਿਹੜਾ ਕਿ ਚੱਲਦਾ ਹੈ ਉਸ ਨੂੰ ਉਹਦੇ ਤੋਂ ਹਟਾਇਆ ਜਾ ਸਕਦਾ ਹੈ। ਦੂਸਰਾ, ਸੰਸਦ ਮਤਿਆਂ ਦੁਆਰਾ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਵਿਰੁੱਧ ਦੋਸ਼ ਦੇ ਮਤੇ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਜੱਜਾਂ ਨੂੰ ਹਟਾਇਆ ਵੀ ਸਕਦਾ ਹੈ। ਸੰਸਦ ਮੁੱਖ ਚੋਣ ਕਮਿਸ਼ਨਰ, ਅਟਾਰਨੀ ਜਨਰਲ, ਕੰਟਰੋਲਰ ਅਤੇ ਆਡਿਟਰ ਜਨਰਲ ਵਿਰੁੱਧ ਦੋਸ਼ੀ ਹੋਣ ਦਾ ਮਤਾ ਪਾਸ ਕਰਕੇ ਰਾਸ਼ਟਰਪਤੀ ਇਹਨਾਂ ਨੂੰ ਵੀ ਆਪਣੇ ਅਹੁਦਿਆਂ ਤੋਂ ਹਟਾ ਸਕਦਾ ਹੈ।
ਸੋ ਵਿਦਿਆਰਥੀਓ, ਹੁਣ ਅਸੀਂ ਇਸ ਪਾਠ ਦੇ ਵਿੱਚ ਸਰਕਾਰ ਦੇ 3 ਅੰਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਪਹਿਲਾ ਮਹੱਤਵਪੂਰਨ ਅੰਕ ਵਿਧਾਨ ਪਾਲਿਕਾ, ਇਸ ਦੀ ਬਣਤਰ, ਰਾਜ ਸਭਾ ਅਤੇ ਲੋਕ ਸਭਾ ਦੇ ਬਾਰੇ ਵਿੱਚ ਡਿਟੇਲ ਵਿੱਚ ਪੜ੍ਹਿਆ ਅਤੇ ਉਸ ਤੋਂ ਬਾਅਦ ਸੰਸਦ ਦੀਆਂ ਸ਼ਕਤੀਆਂ ਬਾਰੇ ਅਧਿਐਨ ਕੀਤਾ। ਇਹਨਾਂ ਸਾਰੀਆਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਜਿਹੜੀ ਕਿ ਸੰਸਦੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਹੈ, ਇਸ ਵਿੱਚ ਸੰਸਦ ਦਾ, ਵਿਧਾਨ ਪਾਲਿਕਾ ਦਾ ਰੋਲ ਸਭ ਤੋਂ ਮਹੱਤਵਪੂਰਨ ਹੈ। ਅਤੇ ਇਸ ਦੇ ਅਗਲੇ 2 ਭਾਗਾਂ ਦੇ ਵਿੱਚ ਅਸੀਂ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਮੈਨੂੰ ਆਸ ਹੈ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ ਅਤੇ ਇਸ ਨੂੰ 2 ਜਾਂ 3 ਵਾਰ ਸੁਣ ਲੈਣਾ ਹੈ ਅਤੇ ਜਿਹੜੇ ਪ੍ਰਸ਼ਨ ਉੱਤਰ ਅਭਿਆਸ ਦੇ ਵਿੱਚ ਦਿੱਤੇ ਹੋਏ ਨੇ ਉਹਨਾਂ ਨੂੰ ਤੁਸੀਂ ਆਪਣੀਆਂ ਕਾਪੀਆਂ 'ਤੇ ਨੋਟ ਕਰ ਲੈਣਾ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ।